ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਇਹ ਸੱਚੀ ਕਹਾਣੀ ਸੁਣਾਉਂਦੇ ਹਾਂ ਜੋ ਕਿ ਇੱਕ ਭੈਣ ਦੁਆਰਾ ਭੇਜੀ ਗਈ ਹੈ। ਮੇਰਾ ਨਾਮ ਖੁਸ਼ੀ ਹੈ। ਮੈਂ ਇੱਕ ਹਾਊਸ ਵਾਈਫ ਹਾਂ। ਮੈਂ MA BA ਦੀ ਡਿਗਰੀ ਪੂਰੀ ਕੀਤੀ ਸੀ ਕਿ ਮੇਰਾ ਵਿਆਹ ਹੋ ਗਿਆ। ਸਹੁਰੇ ਘਰ ਵਿੱਚ ਮੈਂ ਆ ਗਈ। ਸਹੁਰਾ ਪਰਿਵਾਰ ਜ਼ਿਆਦਾ ਵੱਡਾ ਨਹੀਂ ਸੀ। ਮੇਰਾ ਸਹੁਰਾ ਸਾਹਿਬ ਦਾ ਸਾਡੇ ਵਿਆਹ ਤੋਂ ਥੋੜ੍ਹਾ ਟਾਈਮ ਪਹਿਲਾਂ ਮੌਤ ਹੋ ਗਈ ਸੀ। ਸੱਸ ਜਿਉਂਦੀ ਸੀ ਤੇ ਇੱਕ ਨਨਾਣ ਸੀ ਜਿਸ ਦਾ ਨਾਮ ਮਹਿਕ ਸੀ। ਉਹ ਮੇਰੇ ਪਤੀ ਤੋਂ ਛੋਟੀ ਸੀ। ਉਹ ਮੈਡੀਕਲ ਕਾਲਜ ਵਿੱਚ ਪੜ੍ਹਾਈ ਕਰ ਰਹੀ ਸੀ ਤੇ ਮੇਰਾ ਪਤੀ ਇੱਕ ਦਫ਼ਤਰ ਵਿੱਚ ਕੰਮ ਕਰਦੇ ਸੀ। ਮੇਰਾ ਸਹੁਰਾ ਫੌਜੀ ਸੀ। ਉਹਨਾਂ ਦੀ ਅੱਛੀ ਖਾਸੀ ਪੈਨਸ਼ਨ ਆਉਂਦੀ ਸੀ ਜੋ ਕਿ ਮੇਰੇ ਨਣਦ ਦੀ ਪੜ੍ਹਾਈ 'ਤੇ ਖਰਚ ਹੋ ਜਾਂਦੀ। ਮੇਰੀ ਸੱਸ ਨਨਾਣ ਸਿਰਫ ਆਪਣੇ ਆਪ ਨਾਲ ਹੀ ਮਤਲਬ ਸੀ। ਉਹ ਮੈਨੂੰ ਜ਼ਿਆਦਾ ਬੁਲਾਉਂਦੀਆਂ ਨਹੀਂ ਸੀ। ਇੱਕ ਦਿਨ ਮੇਰੇ ਘਰ ਮੇਰੀ ਭਾਬੀ ਆਈ। ਉਸਨੇ ਦੇਖਿਆ ਕਿ ਤੇਰੀ ਸੱਸ ਤੇ ਨਣਦ ਖਾ ਪੀ ਕੇ ਆਰਾਮ ਨਾਲ ਆਪਣੇ ਕਮਰਿਆਂ ਵਿੱਚ ਚਲੀ ਗਈ। ਜੇ ਮੈਂ ਨਾ ਹੁੰਦੀ ਤਾਂ ਤੂੰ ਇਕੱਲੀ ਰਹਿ ਜਾਣਾ ਸੀ। ਮੈਨੂੰ ਲੱਗਦਾ ਹੈ ਤੈਨੂੰ ਤਾਂ ਕੋਈ ਕੁਝ ਸਮਝਦਾ ਹੀ ਨਹੀਂ। ਇਹ ਗੱਲ ਸੁਣ ਕੇ ਮੈਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਤੇ ਬੈਠ ਕੇ ਸੋਚਿਆ ਭਾਬੀ ਠੀਕ ਹੀ ਕਹਿ ਰਹੀ ਹੈ। ਆਹ ਨਨਾਣ ਮੇਰੀ ਪੜ੍ਹਨ ਦਾ ਬਹਾਨਾ ਬਣਾ ਕੇ ਕਮਰੇ ਵਿੱਚ ਬੈਠੀ ਰਹਿੰਦੀ ਮਾਂ ਦੇ ਕੋਲ। ਇੱਧਰ ਮੈਂ ਵਿਚਾਰੀ ਇਕੱਲੀ ਬੈਠੀ ਬੋਰ ਹੋ ਰਹੀ ਜਾਂਦੀ। ਹਾਲੇ ਕਿ ਦੋਨੋਂ ਮੇਰੇ ਪਤੀ ਦੇ ਪੈਸਿਆਂ 'ਤੇ ਹੀ ਪਲ ਰਹੀਆਂ ਸੀ। ਫਿਰ ਇਹ ਗੱਲ ਅਹਿਸਾਸ ਹੋਇਆ ਮੈਂ ਵੀ ਦੂਜਿਆਂ ਦੀਆਂ ਨਹੁੰਆਂ ਵਾਂਗ ਨਖਰਾ ਦਿਖਾਉਣੇ ਸ਼ੁਰੂ ਕਰ ਦਿੱਤੇ। ਮੈਂ ਘਰ ਦਾ ਸਾਰਾ ਕੰਮ ਕਰਨਾ ਬੰਦ ਕਰ ਦਿੱਤਾ। ਸੱਸ ਸਾਰਾ ਕੰਮ ਕਰਨ ਲੱਗ ਗਈ। ਉਸਨੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਕਿ ਤੂੰ ਕੰਮ ਕਿਉਂ ਨਹੀਂ ਕਰਦੀ। ਉਹ ਟਾਈਮ ਨਾਲ ਹੀ ਕਿਚਨ ਦਾ ਕੰਮ ਮੈਨੂੰ ਸੀ ਕਿ ਉਹ ਮੈਨੂੰ ਕੰਮ ਨੂੰ ਕਹਿਣ 'ਤੇ ਵੀ ਉਸ ਨਾਲ ਲੜਾਂ, ਪਰ ਮੈਨੂੰ ਕਦੇ ਵੀ ਕੁਝ ਨਾ ਕਹਿੰਦੀ। ਇੱਕ ਦਿਨ ਇਹ ਗੱਲਾਂ ਮੈਂ ਆਪਣੀ ਮਾਂ ਨੂੰ ਦੱਸਿਆ ਤਾਂ ਮੇਰੀ ਮਾਂ ਮੈਨੂੰ ਹੀ ਬੋਲਣ ਲੱਗ ਗਈ ਕਿ ਤੂੰ ਘਰ ਦਾ ਕੰਮ ਕਿਉਂ ਨਹੀਂ ਕਰਦੀ। ਤੂੰ ਵੀ ਹੁਣ ਐਸ਼ ਆਪਣੀ ਸੱਸ ਦੇ ਸਿਰ 'ਤੇ ਹੀ ਕਰਦੀ ਆ। ਜਦੋਂ ਤੇਰੀ ਸੱਸ ਨੂੰ ਕੁਝ ਹੋ ਗਿਆ ਤਾਂ ਤੇਰੇ 'ਤੇ ਹੀ ਜ਼ਿੰਮੇਵਾਰੀ ਪੈ ਗਈ ਤਾਂ ਫਿਰ ਤੂੰ ਆਹ ਗੱਲਾਂ ਨਹੀਂ ਕਰਨੀਆਂ। ਮੈਨੂੰ ਮੇਰੀ ਮਾਂ ਦੀਆਂ ਗੱਲਾਂ ਬੁਰੀਆਂ ਲੱਗੀਆਂ ਕਿਉਂਕਿ ਉਸਨੇ ਤਾਂ ਮੈਨੂੰ ਹੀ ਖਰੀਆਂ ਸੁਣਾ ਦਿੱਤੀਆਂ। ਇੱਕ ਦਿਨ ਅਚਾਨਕ ਮੇਰੀ ਸੱਸ ਨੇ ਮੈਨੂੰ ਕਹਿ ਦਿੱਤਾ ਕਿ ਛੱਤ 'ਤੇ ਕੱਪੜੇ ਉਤਾਰ ਲਿਆ ਤੇ ਮੈਂ ਫੁੱਟ ਕੇ ਉਸ ਨਾਲ ਨੂੰ ਪੈ ਗਈ ਕਿਉਂਕਿ ਮੈਂ ਤਾਂ ਚਾਹੁੰਦੀ ਸੀ ਕਿ ਉਹ ਮੈਨੂੰ ਕਿਸੇ ਕੰਮ ਨੂੰ ਆਖਣ 'ਤੇ ਵੀ ਮੈਂ ਉਹਨਾਂ ਨੂੰ ਖਰੀਆਂ ਸੁਣਾਵਾਂ। ਮੈਂ ਕਿਹਾ ਤੁਸੀਂ ਮੇਰੇ ਪਤੀ ਦੇ ਪੈਸਿਆਂ 'ਤੇ ਪਲ ਰਹੀਆਂ ਹੋ, ਮੈਂ ਕਿਉਂ ਕੱਪੜੇ ਉਤਾਰਾਂ। ਮੇਰਾ ਇੰਨਾ ਕਹਿਣ 'ਤੇ ਹੀ ਦੇਰੀ ਸੀ ਕਿ ਸੱਸ ਨੇ ਮੇਰੇ ਵੀ ਕੱਟ ਦਿੱਤੇ ਤੇ ਕਹਿੰਦੀ ਜੇ ਤੈਨੂੰ ਆਪਣੇ ਪਤੀ ਦੇ ਪੈਸਿਆਂ ਦਾ ਇੰਨਾ ਹੀ ਘਮੰਡ ਤਾਂ ਲੈ ਜਾ ਆਪਣੇ ਪਤੀ ਨੂੰ ਆਪਣੇ ਪੇਕੇ। ਸਾਡਾ ਤਾਂ ਉਹ ਪਰਮਾਤਮਾ ਹੈ ਕਿਉਂਕਿ ਉਹ ਘਰ ਮੇਰੀ ਸੱਸ ਦੇ ਨਾਮ 'ਤੇ ਸੀ। ਹੁਣ ਸੁਣ ਕੇ ਮੈਂ ਚੁੱਪ ਹੋ ਗਈ ਕਿਉਂਕਿ ਮੇਰੇ ਪੇਕੇ ਪਰਿਵਾਰ ਵਾਲੇ ਗਰੀਬ ਸੀ। 2 ਕਮਰਿਆਂ ਦੇ ਘਰ ਵਿੱਚ ਰਹਿੰਦੇ ਸੀ ਤੇ ਉਹਨਾਂ ਨੇ ਕਮਰਿਆਂ ਵਿੱਚੋਂ ਮੇਰੇ 2 ਭਰਾ ਭਰਜਾਈ ਰਹਿੰਦੇ ਸੀ। ਇਸ ਕਰਕੇ ਮੈਂ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ ਆਉਂਦੀ ਰਹੀ। ਮੈਂ ਉਹਨਾਂ ਦੇ ਰੁੱਖੇ ਸੁੱਕੇ ਰਵੱਈਏ ਨੂੰ ਬਰਦਾਸ਼ਤ ਕਰਦੀ ਰਹੀ। ਵੈਸੇ ਵੀ ਮੇਰੀ ਸੱਸ ਤੇ ਮੇਰੀ ਨਨਾਣ ਮੇਰੇ ਕਿਸੇ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਕਰਦੀਆਂ ਸੀ। ਅਚਾਨਕ ਇੱਕ ਦਿਨ ਮੇਰੀ ਸੱਸ ਦੀਆਂ ਤਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤੇ ਸਾਰੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਆਣ ਡਿੱਗੀ। ਇੱਕ ਤਾਂ ਨਣਦ ਪੜ੍ਹਾਈ ਕਰਦੀ ਸੀ। ਉਹ ਤਾਂ ਪਹਿਲਾਂ ਹੀ ਮੇਰੇ ਨਾਲ ਕੰਮ ਵਿੱਚ ਹੱਥ ਵਟਾਉਂਦੀ ਤੇ ਹੁਣ ਤਾਂ ਕੀ ਵਟਾਉਣਾ ਤੇ ਮੈਂ ਪ੍ਰੈਗਨੈਂਟ ਸੀ। ਹੁਣ ਤਾਂ ਮੇਰੇ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ। ਪਹਿਲਾਂ ਤਾਂ ਮੈਂ ਆਪਣੇ ਪੇਕੇ 2-2 ਦਿਨ ਲਾ ਆਉਂਦੀ। ਇਹ ਸਭ ਦੇਖ ਕੇ ਮੈਨੂੰ ਗੁੱਸਾ ਚੜ੍ਹਦਾ ਰਹਿੰਦਾ ਕਿਉਂਕਿ ਮੇਰੀ ਨਣਦ ਹਮੇਸ਼ਾ ਬਾਹਰ ਹੀ ਰਹਿੰਦੀ। ਇਹ ਸਭ ਦੇਖ ਕੇ ਮੇਰੀ ਨਣਦ ਪ੍ਰਤੀ ਸ਼ਿਕਵੇ ਵੱਧਦੇ ਗਏ। ਹੁਣ ਸਮਾਂ ਗੁਜ਼ਰਨ ਦੇ ਨਾਲ ਉਹ ਹੋਰ ਬਿਜੀ ਹੋ ਗਈ ਤੇ ਮੈਂ ਅੰਦਰ ਹੀ ਅੰਦਰ ਜਲਨ ਹੋਣ ਲੱਗੀ ਕਿਉਂਕਿ ਮੇਰੀ ਨਣਦ ਮੇਰੇ ਤੋਂ ਖੂਬਸੂਰਤ ਤੇ ਦਿਮਾਗਦਾਰ ਸੀ। ਹੁਣ ਪੜ੍ਹਾਈ ਪੂਰੀ ਕਰਕੇ ਡਾਕਟਰ ਬਣ ਗਈ ਤੇ ਉਸ ਦੀ ਤਨਖਾਹ ਮੇਰੇ ਪਤੀ ਦੀ ਤਨਖਾਹ ਨਾਲੋਂ ਕਿਤੇ ਵੱਧ ਸੀ। ਉਸ ਨੇ ਆਪਣੀ ਐਸ਼ ਆਰਾਮ ਪ੍ਰਸਤੀ ਪਹਿਲਾਂ ਹੀ ਨਾਲੋਂ ਵੀ ਵੱਧ ਗਈ ਦਿੱਤੀ। ਇਹ ਸਭ ਦੇਖ ਕੇ ਮੈਂ ਪਰੇਸ਼ਾਨ ਹੋ ਜਾਂਦੀ ਕਿਉਂਕਿ ਮੈਂ MA BA ਕਰਕੇ ਘਰ ਬੈਠੀ ਸੀ। ਜੋ ਮੈਂ ਆਪਣੇ ਨਣਦ ਬਾਰੇ ਆਪਣੇ ਪਤੀ ਨੂੰ ਕੁਝ ਕਹਿ ਤੇ ਉਹ ਮੈਨੂੰ ਚੁੱਪ ਕਰਾ ਦੇਣਾ। ਇੱਕ ਦਿਨ ਮੇਰੀ ਨਣਦ ਮੇਰੇ ਘਰ ਆ ਕੇ ਆਪਣੇ ਵੀਰ ਨੂੰ ਕਹਿੰਦੀ ਮੇਰੇ ਨਾਲ ਇੱਕ ਡਾਕਟਰ ਮੁੰਡਾ ਜਿਸ ਨੂੰ ਮੈਂ ਪਿਆਰ ਕਰਦੀ
ਹਾਂ, ਤੁਸੀਂ ਉਸ ਨੂੰ ਮਿਲ ਲਓ। ਇਹ ਸੁਣ ਕੇ ਮੇਰੇ ਕਾਲਜੇ ਅੱਗ ਲੱਗ ਗਈ। ਲੈ ਹੁਣ ਆਪਣੀ ਮਰਜ਼ੀ ਨਾਲ ਵਿਆਹ ਕਰਵਾਵੇਗੀ, ਪਰ ਮੇਰੀ ਕਿੱਥੇ ਚੱਲਦੀ ਹੈ। ਮੈਂ ਆਪਣੇ ਆਪ ਵਿੱਚ ਹੀ ਸੜੀ ਜਾਂਦੀ। ਮੇਰੇ ਪਤੀ ਨੇ ਵੀ ਅੱਗੋਂ ਆਖ ਦਿੱਤਾ, ਠੀਕ ਹੈ, ਜੇ ਤੂੰ ਪਸੰਦ ਕਰੇਂਗੀ ਬਹੁਤ ਵਧੀਆ ਕਰੇਂਗੀ। ਮੇਰੇ ਪਤੀ ਉਹ ਡਾਕਟਰ ਮੁੰਡੇ ਨਾਲ ਮਿਲਿਆ ਅਤੇ ਮੇਰੀ ਨਣਦ ਦਾ ਵਿਆਹ ਕਰ ਦਿੱਤਾ ਤੇ ਉਹ ਆਪਣੇ ਸਹੁਰੇ ਘਰ ਚਲੀ ਗਈ। ਇੱਕ ਦਿਨ ਮਿਲਣ ਲਈ ਵੀ ਸਾਡੇ ਕੋਲ ਆਈ। ਉਸਨੇ ਸੋਨੇ ਨਾਲ ਲੱਦੀ ਹੋ ਪਈ। ਮੈਨੂੰ ਉਸਨੂੰ ਦੇਖ ਗੁੱਸਾ ਆਈ ਜਾਂਦਾ। ਉਹ ਸੌਣ ਲਈ ਉੱਪਰ ਚਲੀ ਗਈ ਕਿਉਂਕਿ ਉਸਦਾ ਕਮਰਾ ਉੱਪਰ ਸੀ। ਮੈਂ ਆਪਣੇ ਦਿਮਾਗ ਵਿੱਚ ਸੋਚਣ ਲੱਗੀ ਕਿ ਕਿਉਂ ਨਾ ਮੈਂ ਇਹੋ ਜਿਹੇ ਕੁਝ ਕਰਾਂ ਜਿਸ ਨਾਲ ਘਰੇ ਬੈਠ ਜਾਵੇ। ਫਿਰ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਕਿਉਂ ਨਾ ਪੌੜੀਆਂ ਉੱਪਰ ਤੇਲ ਡੋਲ ਦੇਵਾਂ। ਜੋ ਇਹ ਹੇਠਾਂ ਉਤਰੇਗੀ ਤਾਂ ਇਸ ਦਾ ਪੈਰ ਫਿਸਲ ਜਾਵੇਗਾ, ਲੱਤ ਟੁੱਟ ਜਾਵੇਗੀ। ਜਦੋਂ ਪੌੜੀਆਂ ਦੇ ਥੱਲੇ ਖਟ ਕਰਦੀ ਉਤਰੀ ਤਾਂ ਮੇਰਾ ਦਿਲ ਜਲ ਕੇ ਰਾਖ ਹੋ ਜਾਂਦਾ। ਪਤਾ ਨਹੀਂ ਕਿਉਂਕਿ ਮੈਨੂੰ ਤਾਂ ਉਸ ਨਾਲ ਇੰਨੀ ਨਫ਼ਰਤ ਸੀ। ਨਾਲੇ ਉਸਨੇ ਮੈਨੂੰ ਕਦੇ ਚੰਗਾ ਮਾੜਾ ਵੀ ਨਹੀਂ ਕਿਹਾ ਸੀ। ਜਦੋਂ ਮੈਂ ਸਵੇਰੇ ਉੱਠੀ ਤਾਂ ਪੌੜੀਆਂ ਉੱਪਰ ਸੋਇਆਬੀਨ ਦਾ ਤੇਲ ਛਿੜਕ ਦਿੱਤਾ। ਮੇਰੇ ਪਤੀ ਆਪਸ ਵਿੱਚ ਜਾਣ ਲਈ ਤਿਆਰ ਹੋਏ ਤੇ ਮੈਂ ਕਿਚਨ ਵਿੱਚ ਜਾ ਕੇ ਉਹਨਾਂ ਲਈ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ। ਥੋੜ੍ਹੇ ਟਾਈਮ ਬਾਅਦ ਜਦੋਂ ਚੀਕਣ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਤਾਂ ਮੈਂ ਵੇਖਿਆ, ਮਜ਼ਾ ਆ ਗਿਆ। ਚਲੋ ਮੇਰੇ ਸਾਰੇ ਕੰਮ ਤਾਂ ਹੋ ਗਿਆ, ਪਰ ਮੇਰੀ ਬਦਕਿਸਮਤੀ ਜਦੋਂ ਮੈਂ ਬਾਹਰ ਨਿਕਲੀ ਤਾਂ ਦੇਖਿਆ ਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲੀ ਗਈ, ਕਿਉਂਕਿ ਉਹ ਚੀਕ ਮੇਰੇ ਨਣਦ ਦੀ ਨਹੀਂ ਸੀ, ਮੇਰੇ ਪਤੀ ਦੀ ਹੀ ਸੀ। ਮੇਰੇ ਪਤੀ ਤੇਲ ਉੱਪਰ ਤਿਲਕ ਕੇ ਡਿੱਗ ਗਏ। ਆਵਾਜ਼ ਸੁਣ ਕੇ ਮੇਰੀ ਨਣਦ ਹੇਠਾਂ ਨੂੰ ਭੱਜੀ ਆ ਰਹੀ ਸੀ ਤਾਂ ਮੇਰੇ ਪਤੀ ਨੇ ਆਵਾਜ਼ ਲਗਾਈ, ਮਹਿਕ ਇੱਥੇ ਨਾ ਆਵੀਂ, ਇੱਥੇ ਤੇਲ ਡੁੱਲਿਆ ਹੋਇਆ ਹੈ। ਪਰ ਹੁਣ ਫੇਰ ਵੀ ਹੇਠਾਂ ਮੇਰਾ ਪਤੀ ਨੂੰ ਚੁੱਕਣ ਲਈ ਆ ਗਈ। ਉਹ ਡਾਕਟਰ ਸੀ। ਜਦੋਂ ਉਸਨੇ ਦੇਖਿਆ ਤੇ ਕਿਹਾ, ਵੀਰੇ ਤੇਰਾ ਤਾਂ ਮੋਟੇ ਤੇ ਲੱਤ ਟੁੱਟ ਗਈ। ਮੇਰਾ ਪਤੀ ਤਾਂ ਮੰਜੇ ਤੇ ਬੈਠ ਗਿਆ। ਹੁਣ ਮੈਂ ਆਪਣੇ ਆਪ ਇੱਕ ਮੁਸੀਬਤ ਹੋਰ ਗੱਲ ਪਾ ਲਈ। ਮੇਰੀ ਨਣਦ 2 ਦਿਨ ਰਹਿ ਕੇ ਸਹੁਰੇ ਚਲੀ ਗਈ। ਸਾਡਾ ਸਾਰਾ ਕੰਮ ਨਹੀਂ ਸੀ ਜਾ ਸਕਦੇ। ਤਨਖਾਹ ਮਿਲਣੋਂ ਬੰਦ ਹੋ ਗਈ। ਘਰ ਵਿੱਚ ਪੈਸਿਆਂ ਦੀ ਤੰਗੀ ਆ ਗਈ। ਇਹ ਸਭ ਤਾਂ ਮੇਰੀ ਨਣਦ ਦੇ ਪੈਸਿਆਂ ਵਾਲੇ ਪਾਸਿਓਂ ਸਾਡੀ ਪੂਰੀ ਮਦਦ ਕੀਤੀ। ਮੈਂ ਆਪਣੀ ਨਣਦ ਦਾ ਬੁਰਾ ਕਰਨਾ ਚਾਹਿਆ, ਪਰ ਮੈਂ ਤਾਂ ਆਪਣੇ ਬਣਾਏ ਜਾਲ ਵਿੱਚ ਆਪ ਹੀ ਫਸ ਗਈ, ਕਿਉਂਕਿ ਜੇ ਆਪਾਂ ਕਿਸੇ ਲਈ ਟੋਆ ਪੱਟਦੇ ਹਾਂ ਤਾਂ ਇੱਕ ਦਿਨ ਉਸ ਟੋਏ ਵਿੱਚ ਆਪ ਵੀ ਜ਼ਰੂਰ ਡਿੱਗਦੇ ਹਾਂ। ਜੇ ਤੁਹਾਨੂੰ ਸਾਡੀਆਂ ਕਹਾਣੀਆਂ ਚੰਗੀਆਂ ਲੱਗੀਆਂ ਤਾਂ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ।